अस्सलाम वालेकुम, मैं हूं ज़ुबैर रहमान। मेरी आज की कहानी कसूर के इलाका खुडियाँ से है, जहां पर एक नौजवान के अपनी साली के साथ मुबैना तौर पर नाजायज़ ताल्लुकात थे। फिर इसी शख्स ने अपनी साली का मर्डर किया। ये अभी पुलिस की हिरासत में है। ये सारा वाक़या हुआ कैसे, आइए इससे जानते हैं। क्या नाम है आपका? रियाज। रियाज, आपके अपनी साली के साथ नाजायज़ ताल्लुकात थे? नहीं। नहीं थे। नहीं। फिर ये जो वाक़या हुआ है आपकी साली का कत्ल, ये किसने किया? मैं मेरे साले दोवां ने कीता। आपने और आपके साले ने? जी। किस बात पे कत्ल किया अपनी साली का? ਉਹ ਬਹੁਤ ਗਲਤ ਹੈਗੀ ਸੀ। ਨਜਾਇਜ਼ ਤਾਲੁਕ ਹੁੰਦੇ ਬਾਕੀ ਸਾਰੇ ਬੰਦੇ ਨਾਲ ਸੀ। ਉਹ ਪਹਿਲਾਂ ਵੀ ਉਹਦੀ ਸ਼ਾਦੀ ਹੋਈ ਸੀ, ਉੱਥੋਂ 5 ਬੱਚੇ ਉਹਨੇ ਉਧਰੋਂ ਤਲਾਕ ਲੈ ਲਈ ਹੈਗੀ ਅਦਾਲਤ 'ਚੋਂ। ਔਰ ਫਿਰ ਉੱਥੇ ਕਿਸੇ ਬੰਦੇ ਨਾਲ ਲੱਗੀ ਫਿਰੀ। ਜਦੋਂ ਉਹਦਾ ਐਕਸੀਡੈਂਟ ਹੋ ਗਿਆ ਫਿਰ ਉਹਨੂੰ ਛੱਡਿਆ, ਫਿਰ ਪਿੰਡ ਆ ਗਈ, ਇੱਥੇ ਰੁਲਦੀ ਫਿਰੀ। ਇੱਥੇ ਦਰਬਾਰ ਤੋਂ ਕੋਈ ਬੰਦਾ ਹੈਗਾ ਸੀ, ਉਹਦੇ ਨਾਲ ਕੁਛ ਸਾਲ ਉਵੇਂ ਲੱਗੀ ਫਿਰੀ। ਉਹਨੂੰ ਕੋਈ ਉਹਨੇ ਕਿਹਾ ਮੈਂ ਤੈਨੂੰ ਨਿਕਾਹ ਕਰਾਂਗਾ। ਔਰ ਜਦੋਂ ਇਹ ਘਰ ਨਹੀਂ ਸੀ ਵੜਨ ਦਿੰਦੇ, ਇਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਇਸ ਤਰ੍ਹਾਂ ਵੀ ਉਹ ਉਹਦੇ ਕੋਲ ਬਹਿੰਦੇ ਉੱਠਦਾ ਹੈਗਾ ਸਾਲਾ ਮੇਰਾ, ਔਰ ਉਹਦੇ ਨਾਲ ਉਹ ਗਲਤ ਹੈਗੀ ਸੀ। ਔਰ ਜਦੋਂ ਉਹਨੂੰ ਪਤਾ ਲੱਗਾ ਹੈਗਾ, ਉਹ ਫਿਰ ਘਰ ਨਹੀਂ ਸੀ ਵੜਨ ਦਿੰਦੇ। ਕਹਿੰਦੇ ਵੀ ਜਾ ਤੂੰ ਨਿਕਾਹ ਕਰ ਲੈ ਉਹਦੇ ਨਾਲ ਜਾ ਕੇ, ਤੇ ਜਾਂ ਉਹਨੂੰ ਛੱਡ ਦੇਗੀ। ਉਹਨੇ ਕਿਹਾ ਵੀ ਉਹ ਨਿਕਾਹ ਨਹੀਂ ਕਰਦਾ। ਉਹ ਘਰ ਗਈ, ਜਦੋਂ ਉਹਨੇ ਉਹ ਕੁਆੜੀ ਲੈ ਕੇ ਪਿਆ, ਉਹਨੂੰ ਉੱਥੋਂ ਫਿਰ ਨਿਕਲੀ। ਉਹ ਫਿਰ ਜਾ ਕੇ ਉਹਨਾਂ ਦੇ ਪਰਚਾ ਕਰਾਇਆ ਹੈਗਾ, ਔਰ ਪਰਚੇ ਕਰਵਾਏ ਦੇ ਵਿੱਚ ਉਹਨੇ ਉਹਦੇ ਨਾਲ ਫਿਰ ਨਿਕਾਹ ਕੀਤਾ ਹੈਗਾ। ਫਿਰ ਕੋਈ ਸਾਲ 6 ਮਹੀਨੇ ਯਾਨੀ 1.5 ਸਾਲ, ਮੈਂ 2 ਸਾਲ ਉਹਦੇ ਨਾਲ ਰਹੀ ਹੈਗੀ ਹੈ। ਉਹਦੀ ਦੂਸਰੀ ਬੀਵੀ ਵੀ ਸੀ, यानी वो पहले ही शादीशुदा सी, लेकिन वो उन्होंने आपस में नहीं सी गुजारा होंदा। तो फिर उतों लड़ाई बनाना शुरू हो गया, और फिर वो पता नहीं छुरी उनके ढिड च उन्हें मारी या उन्हें आप मारी है, और उनका वो केस उनके घर दी फिरदी हैगी सी। ਹੁਣ ਉਹਦੀ ਵਜ੍ਹਾ ਕਰਕੇ ਸਾਲੇ ਮੇਰੇ ਨਾਲ ਗੱਲ ਕੀਤੀ ਹੈਗੀ ਬਈ ਯਾਰ ਪਹਿਲਾਂ ਮੈਨੂੰ ਆਖਦਾ ਸੀ ਕਿ ਵੀ ਆਪਾਂ ਮਾਰ ਗਏ, ਲੇਕਿਨ ਮੈਂ ਆਪਦੇ ਪਿੰਡ ਹੈਗਾ ਸੀ ਉਦੋਂ। ਮੈਂ ਕਿਹਾ ਵੀ ਨਹੀਂ ਇੱਥੇ ਨਹੀਂ ਹੋ ਸਕਦਾ, ਜਾਂ ਉੱਥੇ ਵੀ ਨਹੀਂ ਹੋ ਸਕਦਾ, ਵੀ ਯਾਨੀ ਕਿ ਸਾਰਾ ਤਾਂ ਉੱਥੇ ਘਰ ਹੁੰਦੇ ਨੇ। ਉਹਨੇ ਕਿਹਾ ਵੀ ਠੀਕ। ਬਾਅਦ 'ਚ ਫਿਰ ਅੱਲਾ ਨੂੰ ਮੈਂ ਇੱਥੇ ਟੈਨਸ਼ਨ ਨੌਕਰੀ ਆ ਗਿਆ ਹੈਗਾ। ਜਦੋਂ ਨੌਕਰੀ ਆਇਆ ਇੱਥੇ, ਔਰ ਇੱਥੇ ਆਇਆ ਫਿਰ ਯਾਨੀ ਮੌਕਾ ਬਣ ਗਿਆ ਹੈਗਾ। ਤਕਰੀਬਨ 4-5 ਮਹੀਨੇ ਹੋ ਗਏ ਸੀ ਮੈਨੂੰ ਇੱਥੇ ਆਏ ਨੂੰ। ਔਰ ਉਦੋਂ ਪਹਿਲਾਂ ਇਹਨੇ ਫ਼ੋਨ ਕੀਤਾ ਕੋਈ 8-10 ਦਿਨ ਕਿ ਵੀ ਮੈਂ ਇਸ ਤਰ੍ਹਾਂ ਤੁਹਾਡੇ ਕੋਲ ਆ ਰਹੀ ਹਾਂ। ਮੇਰੀ ਬੀਵੀ ਵੀ ਘਰ ਸੀ ਉਦੋਂ, ਉਹਦੇ ਨਾਲ ਵੀ ਗੱਲ ਹੋਈ ਸੀ। ਉਹਨੇ ਕਿਹਾ ਵੀ ਠੀਕ ਹੈ। ਉਹ ਮੈਂ ਫਿਰ ਆਪਦੇ ਸਾਲਿਆਂ ਨੂੰ ਕਾਲ ਕੀਤੀ, ਮੈਂ ਕਿਹਾ ਵੀ ਇਸ ਤਰ੍ਹਾਂ ਉਹ ਆਉਂਦੀ ਪਈ ਹੈਗੀ ਇੱਥੇ। ਉਹਨੇ ਵੀ ਲਾਹੌਰ ਇੱਥੇ ਕਸੂਰ ਤਰੀਕ ਦੇ ਆਉਂਦੀ ਸੀ ਵੀ ਆਉਣਾ। ਮੈਂ ਵੀ ਉਹਨੇ ਕਿਹਾ ਵੀ ਠੀਕ ਹੈ, ਤੂੰ ਨਾ ਜਦੋਂ ਉਹਨੇ ਆਉਣਾ ਮੈਂ ਤੈਨੂੰ ਦੱਸਾਂ ਵੀ ਉਹ 3-4 ਦਿਨ ਪਹਿਲਾਂ ਤੋਂ ਬਾਲਾਂ ਨੂੰ ਖਿਲਾ ਦੇਈਂ ਵੀ ਉਹ ਜ਼ਮੀਨ 'ਤੇ ਦਵਾਉਣੇ ਹੈਗੇ ਨੇ ਬਿਆਨ, ਔਰ ਉਹਦੀ ਵਜ੍ਹਾ ਕਰਕੇ ਫਿਰ ਉਹ ਉੱਥੇ ਵੇਲ ਹੋ ਜਾਏ ਇਹਦੀ। ਮੈਂ ਕਿਹਾ ਵੀ ਠੀਕ ਹੈ। ਔਰ ਫਿਰ ਜਦੋਂ ਉਹਨੂੰ ਆਈ ਹੈਗੀ ਹੈ, ਮੈਂ ਉਹਨੂੰ ਦੱਸਿਆ, ਮੈਂ ਕਿਹਾ ਵੀ ਮੇਰੇ ਕੋਲ ਡੀਗਰ ਟਾਈਮ ਆਈ ਹੈ। ਮੈਂ ਉਹਨੂੰ ਕਾਲ ਕੀਤੀ, ਮੈਂ ਇਸ ਤਰ੍ਹਾਂ ਯਾਰ ਉਹ ਆ ਗਈ। ਉਹਨੇ ਕਿਹਾ ਵੀ ਠੀਕ ਹੈ। ਮੈਨੂੰ ਆਈ, ਉਹਨੂੰ ਪੁੱਛਿਆ ਉਹਨੇ ਵੀ ਤੇਰੀ ਬੀਵੀ? ਮੈਂ ਕਿਹਾ ਵੀ ਉਹ ਸ਼ਾਮ ਤੱਕ ਆ ਜਾਂਦੇ, ਮੈਂ ਵੀ ਜ਼ਮੀਨ ਦੇ ਬਿਆਨ ਦੇਣ ਗਏ ਨੇ। ਉਹਨੇ ਕਿਹਾ ਵੀ ਠੀਕ। ਔਰ ਸ਼ਾਮ ਨੂੰ ਫਿਰ ਉਹਦੇ ਤੋਂ ਲੈਦਾ ਹੋ ਗਿਆ, ਮੈਂ ਉਹਨੂੰ ਕਾਲ ਕੀਤੀ ਆ ਸਾਲੇ ਨੂੰ। ਉਹਨੇ ਕਿਹਾ ਵੀ ਠੀਕ ਹੈ, ਮੈਂ ਤੇਰੇ ਕੋਲ ਪਹੁੰਚ ਜਾ, ਵੀ ਤੂੰ ਮੈਨੂੰ ਫੋਨ ਨਾ ਕੀਤੀ। ਮੈਂ ਕਿਹਾ ਵੀ ਠੀਕ ਨਹੀਂ ਕਰਦਾ। ਔਰ ਫਿਰ ਉਹਨੇ ਮੈਨੂੰ ਕਿਹਾ ਵੀ ਤੇਰੀ ਜਦੋਂ ਸ਼ਾਮ ਹੋਈ, ਉਹਨੇ ਕਿਹਾ ਤੇਰੀ ਬੀਵੀ ਵੀ ਹਾਲੇ ਆਈ ਨਹੀਂ ਦੀ। ਮੈਂ ਉਹਨੂੰ ਫਿਰ ਮੋਬਾਇਲ ਵੈਸੇ ਕੰਨ ਨਾਲ ਲਾ ਲਿਆ ਹੈਗਾ। ਮੈਂ ਵੀ ਫੋਨ ਕੀਤਾ ਉਹਨੂੰ ਮੈਂ, ਅਤੇ ਉਹ ਇਹ ਗੱਲ ਕਹਿੰਦੀ ਹੈ ਕਿ ਵੀ ਅਸੀਂ ਸੁਬਾਹ ਆ ਜਾਂਦੇ। ਉਹਨੇ ਕਿਹਾ ਵੀ ਠੀਕ ਹੈ। ਔਰ ਤਕਰੀਬਨ 1-1.5 ਵਜੇ ਮੇਰੇ ਕੋਲ ਆਇਆ ਹੈਗਾ ਮੇਰਾ ਸਾਲਾ। ਉਹਲੇ ਉਹ ਸੌਂ ਗਈ ਹੈਗੀ ਸੀ ਬਾਹਰ, ਉਹਨੇ ਮੋਟਰਸਾਈਕਲ ਡੱਕੀ ਹੈ, ਔਰ ਉੱਧਰੋਂ ਬਾਰੀ ਖੋਲ੍ਹੀ ਸੀਗੀ ਜਿੱਧਰ ਨੱਪਿਆ ਸੀ ਉਹਨੂੰ ਮੈਂ। ਔਰ ਉੱਧਰੋਂ ਦੀ ਆਇਆ, ਬੂਹਾ ਵੀ ਖੁੱਲ੍ਹਾ ਅੰਦਰ ਆਇਆ, ਔਰ ਆ ਕੇ ਵੀ ਇਹਨਾਂ 'ਤੇ ਹੁਣ ਮਾਰ ਦਿੱਤੀ। ਫਿਰ ਅਸੀਂ ਮੈਂ ਇਹਨੂੰ ਕਹਿੰਦਾ ਵੀ ਤੂੰ ਮਾਰ ਇਹਨੂੰ। ਮੈਂ ਕਿਹਾ ਮੇਰੇ ਇਕੱਲੇ ਤੋਂ ਮਰਨੀ ਨਹੀਂ ਦੀ, ਮੈਂ ਐਡੀ ਜਵਾਨ ਹੈਗੀ ਉਹ। ਅਤੇ ਫਿਰ ਉਹਨੇ ਕਿਹਾ ਵੀ ਮੈਂ ਲੱਤਾਂ ਨੱਪਣਾ ਹੈਗਾ। ਫਿਰ ਜਦੋਂ ਲੱਤਾਂ ਨੱਪੀਆਂ, ਜਿਹੜਾ ਉਹਦੇ ਗਲ 'ਚ ਲੀੜਾ ਸੀ, ਔਰ ਉਸੇ ਲੀੜੇ ਨਾਲ ਉਹਨੂੰ ਮੈਂ ਕੋਟੂ ਦੇ ਲਿਆ ਹੈਗਾ ਸੀ। ਕੋਟੂ ਤੁਸੀਂ ਦਿੱਤਾ ਸੀ ਜਾਂ ਤੁਹਾਡੇ ਸਾਲੇ ਨੇ? ਅਸੀਂ ਦਿੱਤਾ ਸੀ। ਤੂੰ ਦਿੱਤਾ ਸੀ? ਹਾਂਜੀ ਹਾਂਜੀ। ਔਰ ਉਹ ਮਾਰਨ ਤੋਂ ਬਾਅਦ ਫਿਰ ਬਾਹਰ ਗਿਆ ਸੀ, ਉਹ ਹਵੇਲੀ 'ਚ ਖਲੋਤਾ ਰਿਹਾ। ਮੈਂ ਬਾਹਰ ਟੋਇਆ ਕੱਢਿਆ, ਬੂਹੇ ਦੇ ਅੱਗੇ ਟੋਇਆ ਕੱਢਿਆ। ਟਾਈਮ ਬਹੁਤ ਹੋ ਗਿਆ ਸੀ, ਅਤੇ ਫਿਰ ਆਇਆ ਸੀ, 2 ਬੋਰੀਆਂ ਫੜੀਆਂ ਵਿਛਾਈਆਂ, ਔਰ ਉੱਤੇ ਉਹਨੂੰ ਪਾ ਕੇ ਫਿਰ ਲਿਜਾ ਕੇ ਨੱਪ ਦਿੱਤੀ ਹੈਗੀ। ਔਰ ਨੱਪਣ ਤੋਂ ਬਾਅਦ ਫਿਰ ਉਹ ਚਲਾ ਗਿਆ। ਦਿਲ ਨੂੰ ਕੁਝ ਨਹੀਂ ਹੋਇਆ ਕਿ ਤੁਸੀਂ ਇੱਕ, ਚਲੋ ਉਹਦੇ ਨਜਾਇਜ਼ ਤਾਲੁਕਾਤ ਹੈ ਸੀ, ਉਹ ਜਿਵੇਂ ਦੀ ਸੀ, ਤੁਹਾਡੇ ਅੰਦਰੋਂ ਤੁਹਾਨੂੰ ਕਿਸੇ ਨੇ ਆਵਾਜ਼ ਨਹੀਂ ਦਿੱਤੀ ਜਾਂ ਤੁਹਾਡੇ ਦਿਲ ਨੇ ਨਹੀਂ ਮਨਾ ਕੀਤਾ ਕਿ ਕਿੰਨਾ ਵੱਡਾ ਜ਼ੁਲਮ ਕਰ ਰਹੇ ਹੋ? ਬਸ ਇਹ ਸੋਚ ਨਹੀਂ ਆਈ ਉਦੋਂ। ਹੁਣ ਆ ਰਹੀ ਹੈ ਸੋਚ? ਬਹੁਤ ਹੋ ਰਿਹਾ ਪਛਤਾਵਾ? ਜੀ। ਉਹ ਆ ਰਿਹਾ ਸਾਲਾਂ ਪਿੱਛੇ ਮਿਲਣ? ਨਹੀਂ। ਘਰ ਵਾਲੇ ਆ ਰਹੇ ਨੇ ਮਿਲਣ? ਨਹੀਂ। ਉਹ ਆਉਣਗੇ ਵੀ ਨਹੀਂ ਕਿਉਂਕਿ ਤੁਸੀਂ ਜ਼ੁਲਮ ਕੀਤਾ। ਸਾਰੀ ਗੱਲ ਅੱਲਾ ਹੀ ਆ ਸਾਡਾ ਬਸ। ਉਹਦੀ ਏਜ ਕਿੰਨੀ ਸੀ ਤੁਹਾਡੀ ਸਾਲੀ ਦੀ? ਉਹਦੇ ਬੱਚੇ ਹੈਗੇ ਸਨ? 5 ਬੱਚੇ ਸੀ ਉਹਦੇ ਪਹਿਲੀ ਸ਼ਾਦੀ 'ਚ। ਅਤੇ 5 ਬੱਚਿਆਂ ਦੀ ਮਾਂ ਨੂੰ ਤੁਸੀਂ ਕਤਲ ਕੀਤਾ? ਪਹਿਲੇ ਵੀ ਤਾਂ ਬੱਚੇ ਉਹ ਆਪਦੇ ਮਾਰੀ ਫਿਰਦੀ ਹੈਗੀ ਸੀ, ਮਿਲਦੀ ਨਹੀਂ ਸੀ ਬੱਚਿਆਂ ਨੂੰ। ਤੈਨੂੰ ਜ਼ਿਆਦਾ ਕਿਹੜੀ ਗੱਲ ਦਾ ਗੁੱਸਾ ਸੀ ਕਿ ਉਹਨੇ ਤੇਰੇ ਨਾਲ ਤਾਲੁਕਾਤ ਨਹੀਂ ਕਾਇਮ ਰੱਖੇ ਸਨ, ਜਾਂ ਫਿਰ ਹੋਰ ਕੋਈ ਵਜ੍ਹਾ ਸੀ? ਨਹੀਂ, ਮੇਰੀ ਤਾਂ ਕੋਈ ਵਜ੍ਹਾ ਨਹੀਂ ਸੀ। ਮੈਂ ਸਿਰਫ ਆਪਦੇ ਸਾਲੇ ਦੀ ਵਜ੍ਹਾ ਤੋਂ ਗਈ, ਯਾਨੀ ਕਿ ਉਹ ਇਕੱਲਾ ਜਣਾ ਸੀ, ਬਹੁਤ ਪਰੇਸ਼ਾਨ ਹੋ ਗਿਆ। ਇਕੱਲਾ ਸੀ ਤਾਂ ਉਹਦੇ ਨਾਲ ਮਿਲ ਕੇ ਤੁਹਾਡਾ ਵੀ ਦਿਲ ਕੀਤਾ ਕਿ ਤੁਸੀਂ ਉਹਦੀ ਭੈਣ ਦੀ ਜਾਨ ਲੈ ਲਵੋ? ਬਸ ਉਹਨੇ ਕਿਹਾ ਵੀ ਆਪਾਂ ਮਾਰ ਕੇ ਫਲਾਣੇ 2 ਬੰਦੇ ਪਾ ਦੇਣਾ, ਕੋਈ 4 ਪੈਸੇ ਵੀ ਉੱਧਰੋਂ ਲੈ ਲਵਾਂਗੇ। ਅਤੇ ਜਿਹੜਾ
ਕਾਲ ਰਿਕਾਰਡ ਜਾਂ ਡਾਟਾ ਮਿਲਿਆ ਉਹਦੇ ਵਿੱਚ ਤੇ ਲੱਗ ਰਿਹਾ ਕਿ ਜਿਸ ਤਰ੍ਹਾਂ ਤੁਹਾਡੇ ਕਾਫੀ ਟਾਈਮ ਤੋਂ ਉਹਦੇ ਨਾਲ ਗੱਲਬਾਤ ਵੀ ਆਉਂਦੀ ਸੀ। ਨਹੀਂ, ਤਕਰੀਬਨ 1-2 ਦਫਾ ਹੀ ਹੋਈ ਸੀ। ਘਰ ਵਾਲੀ ਦੀ ਵੀ ਕੋਲ ਹੀ ਹੁੰਦੀ ਸੀ ਗੱਲ ਉਹਦੇ ਨਾਲ ਬਸ, ਹੋਰ ਉਹਦੇ ਨਾਲ ਕੋਈ ਐਸੀ ਗੱਲ ਨਹੀਂ ਸੀ ਹੈਗੀ। ਅੱਛਾ, ਤੁਸੀਂ ਉਹਨੂੰ ਦਫਨਾ ਦਿੱਤਾ, ਬੋਰੀ ਦੇ ਵਿੱਚ ਬੰਦ ਕੀਤਾ, ਉਸ ਤੋਂ ਬਾਅਦ ਫੜੇ ਕਿਵੇਂ ਗਏ? ਤਕਰੀਬਨ 2-2.5 ਮਹੀਨੇ ਤੱਕ ਨੱਪੀ ਰੱਖਿਆ ਸੀਗਾ। ਔਰ ਜਦੋਂ ਰਿਸ਼ਤੇਦਾਰ ਪੁੱਛਣ ਲੱਗ ਪਿਆ ਸਾਲੇ ਮੇਰੇ ਨੂੰ, ਕਹਿੰਦਾ ਸੀ ਮਰ ਗਈ ਹੈ, ਦਫਾ ਹੋਵੇ, ਜਾਨ ਛੁੱਟੀ ਹੈ, ਜਿੱਧਰ ਮਰਜ਼ੀ ਮਗਰੋਂ ਲਵੇ, ਆਪਾਂ ਨੂੰ ਕੀ ਹੈ ਵੀ। ਅੱਗੇ ਬੇਇੱਜ਼ਤ ਕੀਤਾ ਹੈਗਾ ਸੀ ਉਹਨੇ ਵੀ, ਜਾਨ ਛੁੱਟੀ ਜਿੱਧਰ ਮਰਜ਼ੀ ਗਈ ਸਾਡੇ ਵੱਲੋਂ। ਔਰ ਫਿਰ ਰਿਸ਼ਤੇਦਾਰਾਂ ਜਦੋਂ ਗੱਲ ਕੀਤੀ ਕਿ ਨਹੀਂ ਵੀ ਤੁਸੀਂ ਉਹਦਾ ਪਤਾ ਕਰੋ, ਲੱਭੋ, ਫਿਰ ਮੈਨੂੰ ਉਹਨੇ ਕਾਲ ਕੀਤੀ, ਉਹਨੇ ਇਸ ਤਰ੍ਹਾਂ ਵੀ ਹੁਣ ਆਪਾਂ ਪਟਾ ਦੇਣਾ ਲਾਸ਼ ਵੀ ਤੇਰੇ ਕੋਲ ਆਪਦਾ ਨਾਲ ਲੈ ਵੀ ਮੈਂ ਇਸ ਤਰ੍ਹਾਂ ਨੱਪਈ ਸੀ, ਮੈਂ ਆਈ ਸੀ, ਮੇਰੇ ਕੋਲ ਉਹਦੇ ਨਾਲ ਕੋਈ ਬੰਦਾ ਸੀ, ਔਰ ਉਹਦੀ ਵਜ੍ਹਾ ਤੋਂ ਫਿਰ ਮੈਂ ਉਹਨੂੰ ਮਾਰ ਦਿੱਤਾ ਹੈਗਾ। ਔਰ ਮੈਂ ਇੱਥੇ ਨੱਪ ਦਿੱਤੀ। ਉਹਨੇ ਕਿਹਾ ਵੀ ਮੈਂ ਆ ਵੀ ਮੈਂ ਦਹੀਂ ਬਣ ਜਾਂਦਾ ਅਤੇ 8-10 ਦਿਨਾਂ 'ਚ ਤੈਨੂੰ ਬਾਹਰ ਕਢਾ ਲਾਂ ਦੇਗਾ। ਔਰ ਜਦੋਂ ਹੁਣ 8-10 ਦਿਨ ਹੋ ਗਿਆ ਸੀ, ਮੈਂ ਇਹੋ ਗੱਲ ਹੀ ਕਰ ਰਿਹਾ ਸੀ ਕਿ ਇੱਥੇ ਜੋ ਫੜੀਚਿਆ ਹੈਗਾ ਮੈਂ, ਕਿ ਮੈਂ ਇਕੱਲੇ ਨਹੀਂ ਮਾਰੀ, ਮੈਂ ਇਕੱਲੇ ਨੇ ਮਾਰੀ ਹੈ। ਮੇਰੇ ਇੱਥੇ ਆਇਆ, ਫਿਰ ਮੈਨੂੰ ਆ ਕੇ ਗਿਆ ਵੀ ਤੂੰ ਫਲਾਣੇ 2 ਬੰਦਿਆਂ ਦਾ ਨਾਂ ਲਿਖਾ ਦੇ ਅਤੇ ਆਪਾਂ ਉੱਧਰੋਂ ਕੋਈ 4 ਆਨੇ ਲੈ ਲਾਂਗੇ ਅਤੇ ਫਿਰ ਵੀ ਇੱਧਰ ਸੁਲ੍ਹਾ ਕਰ ਲਾਂਗੇ। ਅਤੇ ਮੈਂ ਕਿਹਾ ਵੀ ਠੀਕ ਹੈ। ਮੈਂ ਬਾਅਦ 'ਚ ਫਿਰ ਮੀਡੀਆ ਆਈ ਸੀਗੀ, ਮੈਂ ਉਹਨਾਂ ਨੂੰ ਕਿਹਾ ਵੀ ਨਹੀਂ, ਮੈਂ ਨਹੀਂ, ਕਿਸੇ ਦੇ ਕੋਈ ਵੀ ਨਾਲ ਨਹੀਂ ਹੈਗਾ ਮੇਰੇ, ਮੈਂ ਇਕੱਲਾ ਹੀ ਹਾਂ। ਪਛਤਾਵਾ ਹੋ ਰਿਹਾ ਹੁਣ? ਜੀ। ਸ਼ਰਮ ਆ ਰਹੀ ਹੈ? ਜੀ। ਕੀ ਜ਼ਹਨ 'ਚ ਆਉਂਦਾ ਹੈ ਕਿ ਗਲਤੀ ਕੀਤੀ ਹੈ? ਹਾਂਜੀ। ਕੋਈ ਵੀ ਨਹੀਂ ਮਿਲਣ ਆਉਂਦਾ, ਕੋਈ ਵੀ ਨਹੀਂ ਮੂੰਹ ਲਾ ਰਿਹਾ, ਪੂਰੀ ਬਰਾਦਰੀ ਦੇ ਵਿੱਚ ਨੱਕ ਵੱਢੀ ਗਈ। ਹਾਂਜੀ। ਕੀ ਕੰਮ ਕੀ ਕਰਦੇ ਸੋ? ਮਜ਼ਦੂਰੀ ਕਰਦਾ ਸੀ। ਮਜ਼ਦੂਰੀ ਕਰਦੇ ਸੋ। ਤੁਹਾਡੇ ਕਿੰਨੇ ਬੱਚੇ ਨੇ? 3। ਹੁਣ ਕੀ ਮੁਆਸ਼ਰੇ ਜਾਂ ਲੋਕਾਂ ਨੂੰ ਕੀ ਕਹਿਣਗੇ ਕਿ ਸਾਡੇ ਅੱਬਾ ਜੀ ਕਾਤਲ ਸਨ, ਉਹਨਾਂ ਨੇ ਕਤਲ ਕੀਤਾ ਆਪਣੀ ਸਾਲੀ ਨੂੰ? ਬਸ ਅੱਲਾ ਨੂੰ ਪਤਾ ਕੀ ਉਹਨੇ। ਕੀ ਪੈਗਾਮ ਦਿਓਗੇ ਸਾਡੇ ਨਾਜ਼ਰੀਨ ਨੂੰ? ਅੱਲਾ ਮਾਲਿਕ ਹੈ। ਅੱਲਾ ਤੇ ਸਾਰਿਆਂ ਦਾ ਮਾਲਕ ਹੈ, ਲੇਕਿਨ ਜਿਹੜਾ ਬੰਦਾ ਇਵੇਂ ਦਾ ਕੰਮ ਕਰਦਾ ਹੈ, ਜਿਹਨੂੰ ਇਹ ਪਹਿਲੇ ਲੱਗਦਾ ਕਿ ਮੈਂ ਤਾਂ ਨਹੀਂ ਫੜਿਆ ਜਾਵਾਂਗਾ, ਉਹ ਫੜਿਆ ਜਾਂਦਾ ਹੈ, ਕਿਉਂਕਿ ਜੁਰਮ ਤਾਂ ਕਦੇ ਵੀ ਨਹੀਂ ਛੁਪਦਾ। ਜ਼ਾਹਰੀ ਗੱਲ ਹੈ, ਬਸ ਹੁਣ ਅੱਲਾ ਕੋਲ ਮਾਫੀ ਮੰਗਦੇ ਪਏ ਹਾਂ, ਜਿਹੜਾ ਗੁਨਾਹ ਕਰ ਬੈਠਿਆ, ਅੱਲਾ ਸ਼ਾਇਦ ਬਖਸ਼ ਦੇਵੇ। ਜਿਹਦੀ वालदा ਨੂੰ कत्ल किया, वो बच्चों को भी माफ़ी मंगते हो? जी। तो ये थी जी वो साहब जिन्होंने अपने साले के साथ मिलके अपनी साली का कत्ल किया, सिर्फ इस शुबे में कि उसके औरों के साथ नाजायज़ ताल्लुकात थे। तो अल्लाह पाक हम सब के हाल पे रहम फरमाए। ये वीडियो बनाने का इतना सा मकसद था कि जुर्म कभी छुपता नहीं है, मुजरिम एक न एक दिन ज़रूर पकड़ा जाता है। 2 महीने तो इन्होंने छुप लिया, मगर 2 महीनों के बाद आज ये पुलिस की हिरासत में है। इस साहब को हथकड़ी लगी हुई है। तो मिलते हैं किसी और वीडियो में, तब तक अपना ख्याल रखिएगा। अल्लाह हाफ़िज़।